दसम पातशाह साहिब श्री गुरु गोबिंद सिंह महाराज जी ने खालसा पंथ की सिरजना की। की कहना चाहोगे देश विदेश ਦੀਆਂ ਸਮੁੱਚੀਆਂ ਸੰਗਤਾਂ ਨੂੰ? ਸਮੁੱਚੀਆਂ ਸੰਗਤਾਂ ਨੂੰ ਜੋ ਦੇਸ਼ ਵਿਦੇਸ਼ ਦੇ ਵਿੱਚ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਨੇ, ਸਾਰਿਆਂ ਨੂੰ ਗੁਰੂ ਕਲਗੀਧਰ ਪਿਤਾ ਜੀ ਦੇ ਆਗਮਨ ਗੁਰਪੁਰਬ ਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ। ਮਰਦ ਗੰਮੜਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 22 ਦਸੰਬਰ 1666 ਨੂੰ ਪੋਹ ਸੁਦੀ 7ਵੀਂ 23 ਪੋਹ ਸੰਮਤ 1723 ਨੂੰ ਪਟਨਾ ਸ਼ਹਿਰ ਦੀ ਪਾਵਨ ਧਰਤੀ 'ਤੇ ਗਰੀਬ ਨਿਵਾਸ ਸਾਹਿਬ ਜੀ ਨੇ ਅਵਤਾਰ ਧਾਰਿਆ। ਉਸ ਮਰਦ ਅਗੰਮੜੇ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਬਾਲ ਅਵਸਥਾ ਦੇ ਵਿੱਚ ਬੇਅੰਤ ਕੌਤਕ ਕੀਤੇ ਨੇ। ਸਿਵਦੱਤ ਪੰਡਤ ਵਰਗਿਆਂ ਨੂੰ ਜਿਸ ਰੂਪ ਦੇ ਵਿੱਚ ਉਹ ਯਾਦ ਕਰਦੇ ਸਨ, ਉਸੇ ਰੂਪ ਦੇ ਵਿੱਚ ਦਰਸ਼ਨ ਦੀਦਾਰੇ ਦਿੱਤੇ ਨੇ। हर सच्चे तख्त रचाया सत संगत मेला, हर सच्चे तख्त रचाया सत संगत मेला। वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला। नानक निरपौ निरंकार विच सिद्धा खेला, गुर सिमर मनाई काल का खंडे की वेला। वाहो वाहो गोबिंद सिंह, नानक निरपौ निरंकार विच सिद्धा खेला, गुर सिमर मनाई काल का खंडे की वेला। नानक निरपौ निरंकार विच सिद्धा खेला, गुर सिमर मनाई काल का खंडे की वेला। वाहो वाहो गोबिंद सिंह आपे गुर चेला, 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 वाहो वाहो गोबिंद सिंह, वाहो वाहो गोबिंद सिंह। पीवो पौल खंडे तार होए जन्म सुहेला, गुर संगत कीनी खालसा मन मुखी दुहेला। पीवो पौल खंडे तार होए जन्म सुहेला, गुर संगत कीनी खालसा मन मुखी दुहेला। वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला। ਸਿੱਖ ਚੈਨਲ ਦੇਖ ਰਹੇ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਅਸੀਂ ਸਿੱਖ ਚੈਨਲ ਦੇ ਰਾਹੀਂ ਅੱਜ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 351ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਤੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਕੋਟਨ ਕੋਟ ਮੁਬਾਰਕਬਾਦ। ਸਿੱਖ ਚੈਨਲ ਦੀ ਸਮੁੱਚੀ ਟੀਮ ਦੇ ਵੱਲੋਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਸਨ 1666 ਦੇ ਵਿੱਚ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਇਆ, ਜਿੱਥੇ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਗਮ ਚੱਲ ਰਹੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਪਟਨਾ ਸਾਹਿਬ ਵਿਖੇ ਪਹੁੰਚੀਆਂ ਨੇ। ਉੱਥੇ ਹੀ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਸਮ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਕੀਰਤਨ ਦਰਬਾਰ ਇੱਥੇ ਵੀ ਕਰਵਾਇਆ ਗਿਆ ਅਤੇ ਵੱਖ-ਵੱਖ ਧਾਰਮਿਕ ਹਸਤੀਆਂ ਪਹੁੰਚੀਆਂ। ਉਹਨਾਂ ਤੋਂ ਇਲਾਵਾ ਕੁਝ ਰਾਜਨੀਤਿਕ ਹਸਤੀਆਂ ਵੀ
ਸੱਚਖੰਡ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੀਆਂ ਅਤੇ ਇੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਹੋਰ ਵੀ ਸੰਗਤਾਂ ਦੂਰੋਂ ਨੇੜਿਓਂ ਪਹੁੰਚੀਆਂ। ਸੋ ਇਸ ਮੌਕੇ ਦੇ ਉੱਤੇ ਅਸੀਂ ਸਮੁੱਚੀ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਇੱਕ ਵਾਰ ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕੋਟਨ-ਕੋਟ ਮੁਬਾਰਕਬਾਦ ਦਿੰਦੇ ਹਾਂ ਅਤੇ ਆਓ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਹੁਦੇਦਾਰਾਂ ਦੇ ਨਾਲ ਅਤੇ ਹੋਰ ਮੈਂਬਰ ਸਾਹਿਬਾਨ ਦੇ ਨਾਲ ਅਤੇ ਉਹਨਾਂ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧੀ ਉਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਕਿਵੇਂ ਮੁਬਾਰਕਬਾਦ ਦਿੰਦੇ ਨੇ। ਆਓ ਚੱਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਅਸੀਂ ਸਿੱਖ ਚੈਨਲ ਦੀ ਟੀਮ ਦੇ ਵੱਲੋਂ ਪਹੁੰਚੇ ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ। ਸਾਡੇ ਨਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਅੱਜ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਇੱਥੇ ਤੁਸੀਂ ਕੀਰਤਨ ਵੀ ਕੀਤਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਸਮੁੱਚੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ 351ਵਾਂ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ ਸਾਰੇ ਰਲ ਕੇ। ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਤੇ ਦਾਸ ਦੇ ਸਮੂਹ ਜਥੇ ਵੱਲੋਂ ਲੱਖ ਲੱਖ ਵਧਾਈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਕੁਦਰਤੀ ਸਬੱਬ ਬਣਿਆ ਕਿ ਅਸੀਂ ਸਾਡੀ ਡਿਊਟੀ ਲੱਗੀ ਇੱਥੇ ਤੇ ਅਸੀਂ ਕੀਰਤਨ ਵਾਸਤੇ ਗੁਰੂ ਸਾਹਿਬ ਨੇ ਹਾਜ਼ਰੀ ਭਰਵਾਈ ਹੈ ਸਾਡੇ ਕੋਲੋਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਜਿਹੜਾ ਸਿਧਾਂਤ ਹੈ ਜੋ ਸਾਨੂੰ ਉਹਨਾਂ ਨੇ ਦਿੱਤਾ, ਅਸੀਂ ਤਾਂ ਕੋਈ ਸੰਦੇਸ਼ ਦੇ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਆਪਣੇ ਆਪ ਵਿੱਚ ਇੱਕ ਸਮੁੱਚੀ ਮਾਨਵਤਾ ਵਾਸਤੇ ਇੱਕ ਸੰਦੇਸ਼ ਹੈ। ਪਰ ਸਾਨੂੰ ਅੱਜ ਲੋੜ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਜਿਹੜੀਆਂ ਕੁਰਬਾਨੀਆਂ ਪਰਿਵਾਰ ਵਾਰ ਕੇ ਸਿੰਘਾਂ ਦੀਆਂ ਕੁਰਬਾਨੀਆਂ ਦੇ ਕੇ ਜਿਸ ਚੀਜ਼ ਨਾਲੋਂ ਸਾਨੂੰ ਜੋੜਨ ਦਾ ਯਤਨ ਕੀਤਾ, ਸਾਨੂੰ ਉਸ ਦੇ ਨਾਲ ਜੁੜਨਾ ਚਾਹੀਦਾ। ਕਿਉਂਕਿ ਅੱਜ ਅਸੀਂ ਵੇਖਦੇ ਹਾਂ ਕਿ ਸਾਡੇ ਬੱਚੇ ਖਾਸ ਕਰਕੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਗੁਰਮਤਿ ਨਾਲੋਂ ਗੁਰਮਤਿ ਦੇ ਸਿਧਾਂਤ ਨਾਲੋਂ ਬਹੁਤ ਦੂਰ ਹੋ ਰਹੀ ਹੈ, ਟੁੱਟ ਰਹੀ ਹੈ। ਅਤੇ ਸਾਨੂੰ ਇਹ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਅਸੀਂ ਜੇ ਕਹੀਏ ਕਿ ਸਿਰਫ ਸਿੱਖਾਂ ਦੇ ਰਹਿਬਰ ਸਨ, ਇਹ ਸਿੱਖਾਂ ਦੇ ਰਹਿਬਰ ਨਹੀਂ ਸੀਗੇ, ਸਮੁੱਚੀ ਮਾਨਵਤਾ ਦੇ ਉਹ ਰਹਿਬਰ ਸਨ। ਕਿਉਂਕਿ ਕੋਈ ਵੀ ਧਰਮ ਮੁਸਲਮਾਨ ਚਾਹੇ ਹਿੰਦੂ ਚਾਹੇ ਸਿੱਖ ਚਾਹੇ ਈਸਾਈ, ਹੁਣ ਮੁਸਲਮਾਨਾਂ ਦੇ ਵਿੱਚੋਂ ਜਦੋਂ ਅਸੀਂ ਯਾਦ ਕਰਦੇ ਹਾਂ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਤਾਂ ਉਦੋਂ ਮਤਲਬ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਹਿੰਦੂਆਂ ਦੇ ਗੁਰੂ ਹੋ ਕਿ ਜਾਂ ਸਿੱਖਾਂ ਦੇ ਗੁਰੂ ਹੋ। ਉਹਨਾਂ ਨੇ ਦੋਨਾਂ ਕੁੱਜਿਆਂ ਦੇ ਉੱਪਰ ਹੱਥ ਰੱਖ ਕੇ ਇਹ ਸੰਦੇਸ਼ ਦਿੱਤਾ ਹੈ ਕਿ ਮੈਂ ਨਾ ਤਾਂ ਹਿੰਦੂਆਂ ਦਾ ਗੁਰੂ ਹਾਂ ਨਾ ਮੁਸਲਮਾਨਾਂ ਦਾ ਗੁਰੂ ਹਾਂ, ਸਗੋਂ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ। ਇਸ ਦਾ ਸੰਦੇਸ਼ ਲੈ ਕੇ ਪਰਮੇਸ਼ਰ ਨੇ ਮੈਨੂੰ ਇਸ ਮਾਤਲੋਕ ਵਿੱਚ ਭੇਜਿਆ, ਮੈਂ ਉਹ ਸੰਦੇਸ਼ ਦੇਣ ਵਾਸਤੇ ਆਇਆ। ਬਿਲਕੁਲ। ਸੋ ਇਹ ਸਨ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਜਿਨ੍ਹਾਂ ਨੇ ਬੜਾ ਸੋਹਣਾ ਸੁਨੇਹਾ ਜਿਹੜਾ ਆ ਉਹ ਸਿੱਖ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਦਿੱਤਾ। ਸੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਨਤਮਸਤਕ ਹੋਣ ਵਾਸਤੇ ਜਦੋਂ ਵੀ ਕਿਤੇ ਤੁਹਾਡਾ ਗੇੜਾ ਲੱਗਦਾ ਬਾਹਰ ਤੋਂ ਇੱਥੇ ਤਾਂ ਜ਼ਰੂਰ ਆਓ ਤੇ ਖਾਲਸੇ ਦੇ ਰੂਪ ਦੇ ਵਿੱਚ ਸੱਜ ਕੇ ਇਸ ਜਗ੍ਹਾ ਦੇ ਉੱਤੇ ਅਸੀਂ ਆਈਏ। ਸੋ ਭਾਈ ਸਾਹਿਬ ਦਾ ਸਿੱਖ ਚੈਨਲ ਦੇ ਵੱਲੋਂ ਧੰਨਵਾਦ। ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੇਲੇ ਸਾਡੇ ਨਾਲ ਜੁੜੇ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਸਾਹਿਬ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 351ਵਾਂ ਪ੍ਰਕਾਸ਼ ਦਿਹਾੜਾ ਸਮੁੱਚੀ ਦੁਨੀਆ ਦੇ ਵਿੱਚ ਵਸਦੀ ਸਿੱਖ ਸੰਗਤ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਹੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਤੁਸੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੇ ਮੌਕੇ ਦੇ ਉੱਤੇ ਕੀ ਕਹਿਣਾ ਚਾਹੋਗੇ ਜੀ? ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਚੈਨਲ ਦੇ ਰਾਹੀਂ ਦਰਸ਼ਨ ਦੀਦਾਰ ਕਰ ਰਹੀਆਂ ਸਮੂਹ ਸੰਗਤਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਫੁਰਮਾਨ ਹੈ, ਯਾਹੀ ਕਾਜ ਧਰਾ ਹਮ ਜਨਮੰ ਸਮਝ ਲੈਹੋ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਸਾਹਿਬੇ ਕਮਾਲ
ਸਾਹਿਬ ਆਲਮ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ, ਜੋ ਕਿ ਉਹਨਾਂ ਦੇ 350 ਸਾਲਾ ਜੋ ਪਿਛਲੇ ਸਾਲ ਮਨਾਇਆ ਗਿਆ ਸੀ, ਪਿਛਲੇ ਗੁਰਪੁਰਬ ਤੇ ਜੋ ਮਨਾਇਆ ਗਿਆ ਸੀ, ਇਸ ਵਾਰ 351ਵਾਂ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦਾ ਹੈ, ਹਰ ਇੱਕ ਸ਼ਹਿਰ, ਹਰ ਇੱਕ ਮੁਲਕ ਵਿੱਚ, ਹਰ ਇੱਕ ਨਗਰ ਵਿੱਚ, ਹਰ ਇੱਕ ਪਿੰਡ ਵਿੱਚ, ਹਰ ਇੱਕ ਗੁਰਦੁਆਰੇ ਵਿੱਚ, ਈਵਨ ਕਿ ਬਹੁਤ ਸਾਰੀਆਂ ਸੰਗਤਾਂ ਆਪਣੇ ਘਰਾਂ ਦੇ ਵਿੱਚ ਵੀ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਪਿਛਲੇ ਕਈ ਦਿਨਾਂ ਤੋਂ ਪਿੰਡਾਂ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਉੱਠ ਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਪਾਵਨ ਪ੍ਰਕਾਸ਼ ਪੁਰਬ ਦਾ ਹੋਕਾ, ਪਾਵਨ ਪ੍ਰਕਾਸ਼ ਪੁਰਬ ਵਾਸਤੇ ਜਾਗਰੂਕਤਾ ਸੰਗਤਾਂ ਦੇ ਵਿੱਚ ਪੈਦਾ ਕਰ ਰਹੀਆਂ ਸਨ। ਅੱਜ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲੈਓ। ਜਿੱਥੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ, ਜਿੱਥੇ ਉਹਨਾਂ ਨੇ ਅਵਤਾਰ ਧਾਰਨ ਕੀਤਾ, ਅੱਜ ਉੱਥੇ 351ਵਾਂ ਜੋ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਸ਼ੁਕਰਾਨਾ ਸਮਾਗਮ ਹੈ, ਉਹ ਪਟਨਾ ਸਾਹਿਬ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ। ਔਰ ਇਹ ਜੋ ਪਾਵਨ ਪਵਿੱਤਰ ਧਰਤੀ ਹੈ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸਤਿਗੁਰਾਂ ਨੇ ਆਪਣੇ ਜੀਵਨ ਦੇ 3 ਦਹਾਕੇ, ਤਕਰੀਬਨ 29 ਸਾਲ ਦਾ ਅਰਸਾ ਇਸ ਪਾਵਨ ਧਰਤੀ ਦੇ ਉੱਤੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਗੁਜ਼ਾਰਨਾ ਕੀਤਾ। ਔਰ ਆਪਣੇ ਮੁਬਾਰਕ ਚਰਨਾਂ ਦੇ ਨਾਲ ਇਸ ਪਾਵਨ ਧਰਤੀ ਨੂੰ ਉਹਨਾਂ ਨੇ ਭਾਗ ਲਾਏ। ਇਸੇ ਹੀ ਧਰਤੀ ਤੇ ਸਤਿਗੁਰਾਂ ਦੇ 3 ਸਾਹਿਬਜ਼ਾਦਿਆਂ ਦਾ ਜਨਮ ਵੀ ਹੋਇਆ। ਇਸੇ ਹੀ ਧਰਤੀ ਤੇ ਪੰਡਤ ਕਸ਼ਮੀਰ ਤੋਂ ਆਏ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਫਰਿਆਦ ਲੈ ਕੇ ਆਏ। ਇਸੇ ਹੀ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ। ਸਿੱਖ ਪੰਥ ਦੇ ਵਿੱਚ ਇਸ ਪਾਵਨ ਪਵਿੱਤਰ ਧਰਤੀ ਦਾ ਮਹਾਤਮ ਸ਼ਰਧਾ ਇਸ ਕਰਕੇ ਵੀ ਹੈ ਕਿਉਂਕਿ ਇੱਕ ਹੈ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਜਗਤ ਜਲੰਦੇ ਨੂੰ ਠਾਰਨ ਵਾਸਤੇ। ਔਰ ਇਹ ਇੱਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਖਾਲਸੇ ਨੇ ਜਨਮ ਲਿਆ, ਜਿੱਥੇ ਖਾਲਸਾ ਪੈਦਾ ਹੋਇਆ। ਇਸ ਕਰਕੇ ਵੀ ਇਸ ਧਰਤੀ ਦਾ ਮਹਾਤਮ ਸਿੱਖ ਪੰਥ ਵਿੱਚ, ਸਿੱਖ ਜਗਤ ਵਿੱਚ ਬਹੁਤ ਜ਼ਿਆਦਾ ਹੈ। ਔਰ ਅੱਜ ਸਮੁੱਚਾ ਖਾਲਸਾ ਪੰਥ ਰਲ ਕੇ ਮਿਲ ਕੇ ਇਸ ਪਾਵਨ ਧਰਤੀ ਤੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਿਹਾ। ਪਿਛਲੇ ਤਕਰੀਬਨ 1 ਮਹੀਨੇ ਤੋਂ ਇਸੇ ਸੰਬੰਧ ਵਿੱਚ ਪੂਰੇ ਨਗਰ ਦੇ ਵਿੱਚ, ਆਸ-ਪਾਸ ਦੇ ਪਿੰਡਾਂ ਤੋਂ, ਨਗਰ ਵਿੱਚੋਂ ਪ੍ਰਭਾਤ ਫੇਰੀਆਂ ਪਰਿਕਰਮਾ ਕਰਦੀਆਂ ਸਨ, ਸ਼ਬਦ ਪੜ੍ਹਦੀਆਂ ਸਨ। ਔਰ ਕੱਲ੍ਹ ਇਸ ਪਾਵਨ ਧਰਤੀ ਤੇ ਆਸ-ਪਾਸ ਦੇ ਸ਼ਹਿਰਾਂ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। 10 ਦੇ ਕਰੀਬ ਨਗਰ ਕੀਰਤਨ ਇਸ ਪਾਵਨ ਧਰਤੀ ਤੇ ਸੰਗਤਾਂ ਲੈ ਕੇ ਆਈਆਂ। ਔਰ ਅੱਜ ਅੰਮ੍ਰਿਤ ਵੇਲੇ ਤੋਂ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਦੀਵਾਨ ਸੱਜੇ ਨੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵੀ ਹਾਜ਼ਰੀ ਭਰ ਕੇ ਗਏ ਨੇ। ਗਿਆਨੀ ਅਮਰਜੀਤ ਸਿੰਘ ਜੀ ਗੁਲਸ਼ਨ ਇੰਗਲੈਂਡ ਤੋਂ ਉਚੇਚੇ ਤੌਰ ਤੇ ਹਾਜ਼ਰੀ ਭਰਨ ਵਾਸਤੇ ਆਏ ਸਨ, ਉਹਨਾਂ ਨੇ ਵੀ ਹਾਜ਼ਰੀ ਭਰੀ ਹੈ। ਰਾਗੀ ਸਾਹਿਬਾਨ, ਢਾਡੀ ਸਾਹਿਬਾਨ, ਕਵੀਸ਼ਰ ਸਾਹਿਬਾਨ ਹਾਜ਼ਰੀ ਭਰ ਕੇ ਸੰਗਤਾਂ ਦੇ ਸਨਮੁਖ ਹੋ ਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਰਹੇ ਨੇ। ਔਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ 52 ਕਵੀ ਰਿਹਾ ਕਰਦੇ ਸਨ। ਅੱਜ ਰਾਤ ਨੂੰ ਇੱਥੇ ਇੱਕ ਬਹੁਤ ਮਹਾਨ ਕਵੀ ਦਰਬਾਰ ਵੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਾਮਵਰ ਕਵੀ ਜਨ ਆ ਕੇ ਕਵਿਤਾਵਾਂ ਦੇ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਇਹ ਸਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਿਨ੍ਹਾਂ ਨੇ ਸਿੱਖ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ। ਸੋ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਅੱਜ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚੇ ਸਿੱਖ ਜਗਤ ਦੇ ਵੱਲੋਂ ਪੂਰੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਆ। ਕੇਸਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿੱਥੇ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਕੀ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਨੂੰ? ਸਮੁੱਚੀਆਂ ਸੰਗਤਾਂ ਨੂੰ ਜੋ ਦੇਸ਼ ਵਿਦੇਸ਼ ਦੇ ਵਿੱਚ
ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਬੈਠੀਆਂ ਨੇ, ਸਾਰਿਆਂ ਨੂੰ ਗੁਰੂ ਕਲਗੀਧਰ ਪਿਤਾ ਜੀ ਦੇ ਆਗਮਨ ਗੁਰਪੁਰਬ ਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ। ਮਰਦ ਗੰਮੜਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 22 ਦਸੰਬਰ 1666 ਨੂੰ ਪੋਹ ਸੁਦੀ 7ਵੀਂ 23 ਪੋਹ ਸੰਮਤ 1723 ਨੂੰ ਪਟਨਾ ਸ਼ਹਿਰ ਦੀ ਪਾਵਨ ਧਰਤੀ 'ਤੇ ਗਰੀਬ ਨਿਵਾਸ ਸਾਹਿਬ ਜੀ ਨੇ ਅਵਤਾਰ ਧਾਰਿਆ। ਉਸ ਮਰਦ ਅਗੰਮੜੇ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਬਾਲ ਅਵਸਥਾ ਦੇ ਵਿੱਚ ਬੇਅੰਤ ਕੌਤਕ ਕੀਤੇ ਨੇ। ਸਿਵਦੱਤ ਪੰਡਤ ਵਰਗਿਆਂ ਨੂੰ ਜਿਸ ਰੂਪ ਦੇ ਵਿੱਚ ਉਹ ਯਾਦ ਕਰਦੇ ਸਨ, ਉਸ ਰੂਪ ਦੇ ਵਿੱਚ ਦਰਸ਼ਨ ਦੀਦਾਰੇ ਦਿੱਤੇ ਨੇ। ਕਦੇ ਭੀਖਨ ਸ਼ਾਹ ਦੇ ਮਨ ਦੇ ਅੰਦਰ ਜੋ ਸੰਕਲਪ ਸਨ, ਕਲਗੀਧਰ ਪਿਤਾ ਜੀ ਨੇ ਉਹ ਸੰਕਲਪ ਉਹਨਾਂ ਦੇ ਪੂਰੇ ਕੀਤੇ। ਔਰ ਉਸ ਗਰੀਬ ਨਿਵਾਸ ਸਾਹਿਬ ਜੀ ਨੇ ਇਸ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਦੋਂ ਆ ਕਰਕੇ ਦਸਤਕ ਦਿੱਤੇ ਨੇ, ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਨੂੰ ਗੋਦ ਵਿੱਚ ਬਿਠਾਇਆ। ਅਤੇ ਇਹ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੇ ਕੋਲੋਂ ਮੁੱਲ ਖਰੀਦੀ ਸੀ। ਇਸ ਧਰਤੀ ਦਾ ਨਾਮ ਆਪਣੀ ਪੂਜਨਿਕ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਪਰ ਰੱਖਿਆ, ਚੱਕ ਮਾਤਾ ਨਾਨਕੀ। ਇਸ ਧਰਤੀ ਦਾ ਨਾਮ ਪਹਿਲਾਂ ਮਾਖੋਵਾਲ ਦੀ ਧਰਤੀ ਸੀ। ਔਰ ਜਦੋਂ ਗਰੀਬ ਨਿਵਾਸ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ ਅਤੇ ਸਤਿਗੁਰਾਂ ਨੇ ਪੁੱਛਿਆ, ਲਾਲ ਜੀ ਕਿੰਨੀ ਕੁ ਬਾਣੀ ਕੰਠ ਕੀਤੀ ਹੈ? ਬਾਲ ਅਵਸਥਾ ਦੇ ਵਿੱਚ ਗੋਬਿੰਦ ਰਾਏ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਨੰਦ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਸੁਣਾਇਆ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਸਤਿਗੁਰਾਂ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਸੁਣ ਕਰਕੇ ਇਸ ਧਰਤੀ ਦਾ ਨਾਮ ਹੀ ਅਨੰਦਪੁਰ ਸਾਹਿਬ ਰੱਖ ਦਿੱਤਾ। ਇੱਥੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੀ ਉਚੇਰੀ ਸਿੱਖਿਆ ਦਾ ਪ੍ਰਬੰਧ ਕੀਤਾ। ਸਤਿਗੁਰਾਂ ਦੀ ਦੇਖ ਰੇਖ ਦੇ ਵਿੱਚ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ। ਜਦੋਂ ਕਸ਼ਮੀਰੀ ਪੰਡਤ ਗਰੀਬ ਨਿਵਾਸ ਸਾਹਿਬ ਜੀ ਦੇ ਕੋਲ ਆਪਣੀ ਫਰਿਆਦ ਲੈ ਕੇ ਆਏ, ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ 9 ਸਾਲ ਦੀ ਅਵਸਥਾ ਦੇ ਵਿੱਚ ਆਪਣੇ ਪਿਤਾ ਨੂੰ ਦਿੱਲੀ ਵਿਖੇ ਤੋਰਿਆ ਹਿੰਦੂ ਧਰਮ ਦੀ ਰੱਖਿਆ ਦੇ ਲਈ। ਔਰ ਉਸ ਤੋਂ ਬਾਅਦ ਗਰੀਬ ਨਿਵਾਸ ਸਾਹਿਬ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ 24 ਸਾਲ ਬਾਅਦ 1666 ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਔਰ ਖਾਲਸਾ ਜੀ 1675 ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਅਤੇ 1699 ਦੇ ਵਿੱਚ ਇਸੇ ਸਥਾਨ 'ਤੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ। ਤਕਰੀਬਨ 24 ਸਾਲ ਬਾਅਦ ਖਾਲਸੇ ਪੰਥ ਦੀ ਸਾਜਨਾ ਕੀਤੀ। ਬੜੀ ਦੂਰ ਅੰਦੇਸੀ ਦੇ ਨਾਲ, ਦੀਰਘ ਦ੍ਰਿਸ਼ਟੀ ਦੇ ਨਾਲ ਸਤਿਗੁਰਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ, ਕੋਈ ਜਲਦਬਾਜ਼ੀ ਨਹੀਂ ਕੀਤੀ। ਫਿਰ ਅਣਖ ਅਤੇ ਵੀਰਤਾ ਪੈਦਾ ਕਰਨ ਦੇ ਲਈ ਜੋ ਸਦੀਆਂ ਤੋਂ ਲਿਤਾੜੇ ਜਾ ਚੁੱਕੇ ਸਨ, ਦੱਬੇ ਕੁਚਲੇ ਸਨ, ਉਹਨਾਂ ਨੂੰ ਗਰੀਬ ਨਿਵਾਸ ਸਤਿਗੁਰੂ ਜੀ ਨੇ ਉੱਪਰ ਉਠਾਇਆ, ਉਹਨਾਂ ਨੂੰ ਕਲਾਵੇ ਦੇ ਵਿੱਚ ਲਿਆ। ਔਰ ਸਤਿਗੁਰਾਂ ਨੇ ਬਚਨ ਕੀਤੇ ਨੇ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਜੋ ਸਦੀਆਂ ਤੋਂ ਲਿਤਾੜੇ ਜਾ ਚੁੱਕੇ ਸਨ, ਜਿਨ੍ਹਾਂ ਨੂੰ ਕੋਈ ਯਾਦ ਨਹੀਂ ਸੀ ਕਰਦਾ, ਉਹਨਾਂ ਨੂੰ ਸਤਿਗੁਰਾਂ ਨੇ ਸਰਦਾਰੀਆਂ ਬਖਸ਼ੀਆਂ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ, ਨਾਮ ਕਹਾਉ। ਇਸ ਅਸਥਾਨ 'ਤੇ ਸਤਿਗੁਰਾਂ ਨੇ ਉਹਨਾਂ ਦੇ ਅੰਦਰ ਅਣਖ ਅਤੇ ਵੀਰਤਾ ਪੈਦਾ ਕੀਤੀ। ਇੱਕ ਇੱਕ ਸਿੰਘ ਨੂੰ 1.25 ਲੱਖ ਦੇ ਨਾਲ ਲੜਾਉਣਾ ਕੀਤਾ। ਜਿਹੜੇ ਲੋਕ ਇਹ ਗੱਲ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਉਹਨਾਂ ਦੇ ਅੰਦਰ ਸਾਹਸ ਪੈਦਾ ਕੀਤਾ। ਇੱਕ ਇੱਕ ਸਿੰਘ ਨੂੰ 1.25 ਲੱਖ ਦੇ ਨਾਲ ਲੜਾਉਣਾ ਕੀਤਾ, ਜਿਸ ਦੀ ਗਵਾਹੀ ਚਮਕੌਰ ਦੀ ਗੜੀ ਭਰਦੀ ਹੈ। ਕਲਗੀਧਰ ਪਿਤਾ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਅਤੇ ਸਰਬੰਸ ਵਾਰਨ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ। ਜਦੋਂ ਸਿੰਘਾਂ ਨੇ ਕਲਗੀਧਰ ਪਿਤਾ ਜੀ ਨੂੰ ਸ਼ਹਿਨਸ਼ਾਹ ਕਹਿ ਕੇ ਬੇਨਤੀ ਕੀਤੀ, ਤਾਂ ਉਸ ਸਮੇਂ ਗਰੀਬ ਨਿਵਾਸ ਸਾਹਿਬ ਜੀ ਨੇ ਖਾਲਸੇ ਪੰਥ ਨੂੰ ਇਹ ਵਚਨ ਕੀਤੇ, ਸਿੰਘੋ ਮੈਨੂੰ ਸ਼ਹਿਨਸ਼ਾਹ ਨਾ ਕਹੋ, ਮੇਰੇ ਸਿਰ 'ਤੇ ਕਰਜ਼ ਚੜ੍ਹਿਆ ਹੋਇਆ ਸੀ, ਮੈਂ ਕਿਸ਼ਤਾਂ ਦੇ ਨਾਲ ਉਹ ਕਰਜ਼ ਉਤਾਰਿਆ। ਜੋ ਇੱਕ ਅਦੀਬ ਦੇ ਬੜੇ ਸੁੰਦਰ ਵਚਨ ਨੇ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਮਤ ਸ਼ਹਿਨਸ਼ਾਹ ਮੈਨੂੰ ਕਹੋ ਸਿੰਘੋ,
ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਉਸ ਗਰੀਬ ਨਵਾਜ਼ ਸਾਹਿਬ ਜੀ ਨੇ ਕਿਸ਼ਤਾਂ ਦੇ ਨਾਲ ਇਹ ਕਰਜ਼ ਅਦਾ ਕੀਤਾ ਹੈ। ਦਾਤਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿੰਨੀ ਵੀ ਉਪਮਾ ਕਰੀਏ ਉਹ ਨਹੀਂ ਥੋੜ੍ਹੀ ਹੈ। ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲ ਤੱਕ ਤੇਵਨ ਕੁਰਾਨ ਕੀ, ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿधान की, देवी देव देहोरा संतोख सिंह दूर होती, रीत मिट जाती कथा वेदन पुराण की, श्री गुरु गोबिंद सिंह पावन परम सूर, मूर्त न होती जो पै करुणा निधान की। अल्लाह जार खां जोगी गुरु गोबिंद सिंह साहब महाराज जी की सिफत सलाह करदे होया वचन करते ने, करतार की सुगंध है नानक की कसम है, जितनी भी हो तारीफ गोबिंद की वो कम है। धन गुरु गोबिंद सिंह साहब महाराज जी ने साडे उपर बड़े परोपकार कीते ने ते सानू गरीब नवाज साहब जी ने सरदारियां बख्शिश कीतियां ने। उस गरीब नवाज सतगुरु ने सानू अमर दी दात बख्शिश कीती है। समुचियां सिख संगतां नू निमरता सहित बेनती है कि जो गरीब नवाज साहब जी ने सानू मार्ग दर्शन दिता है उस मार्ग दर्शन नू अपनाइए, गुरमुख गाड़ी राह दे उपर चलीए, नशा का त्याग करिए, पतत पुणे का त्याग करिए, भरूण हत्या का त्याग करिए, अमृत छकीए, ਸਿੰਘ सजीए, खालसे पंथ के ਵੱਡੇ परिवार के मैंबर बणीए। ਸਮੁੱਚੀਆਂ संगतां नू फिर ਸਾਹਿਬ श्री गुरु गोबिंद सिंह महाराज जी के आगमन गुरपुरब दीआं बहुत बहुत ਵਧਾਈਆਂ। वाहिगुरू जी का खालसा, वाहिगुरू जी की फतेह। ਅੱਜ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ। ਪਿਛਲੇ ਸਾਲ 350 ਸਾਲਾ ਪ੍ਰਕਾਸ਼ ਦਿਹਾੜਾ ਜੋ ਜਿੱਥੇ ਪਟਰੇ ਦੀ ਧਰਤੀ ਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਮਨਾਇਆ ਅਤੇ ਬਾਕੀ ਥਾਵਾਂ ਤੇ ਵੀ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖ ਕੇ ਬੜੇ ਵੱਡੇ ਸਮਾਗਮ ਦੇਸ਼ ਭਰ ਵਿੱਚ ਪੰਜਾਬ ਭਰ ਵਿੱਚ ਚੱਲੇ। ਇਸ ਸਾਲ ਇਹਨਾਂ ਜੋ ਸ਼ਤਾਬਦੀ ਸਮਾਰੋਹ ਦੇ ਸਮਾਗਮ ਸਨ ਉਹਨਾਂ ਦੀ ਸਮਾਪਤੀ ਨੂੰ ਲੈ ਕੇ ਵੀ ਜਿੱਥੇ ਪਟਨਾ ਸਾਹਿਬ ਵਿਖੇ ਉਸੇ ਤਰ੍ਹਾਂ ਬੜੇ ਵੱਡੇ ਸਮਾਗਮ ਕੀਤੇ ਗਏ ਆ, ਉੱਥੇ ਤਖਤ ਕੇਸਗੜ੍ਹ ਸਾਹਿਬ ਵਿਖੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਉਹਨਾਂ ਸਮਾਗਮਾਂ ਦੀ ਵੀ ਸੰਪੂਰਨਤਾ ਕੀਤੀ ਗਈ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਸਾਡੇ ਉੱਤੇ ਬਹੁਤ ਵੱਡਾ ਅਹਿਸਾਨ ਆ, ਬੜੇ ਵੱਡੇ ਪਰਉਪਕਾਰ ਹੈ, ਜਿਨ੍ਹਾਂ ਨੂੰ ਅੱਜ ਅਸੀਂ ਸਰਬੰਸ ਦਾਨੀ ਕਹਿੰਦੇ ਹਾਂ, ਪੁੱਤਰਾਂ ਦਾ ਦਾਨੀ ਕਹਿੰਦੇ ਹਾਂ, ਪੰਥ ਦਾ ਵਾਲੀ ਕਹਿੰਦੇ ਹਾਂ, ਕਿਉਂਕਿ ਉਹਨਾਂ ਨੇ ਆਪਣੇ ਪੰਥ ਦੀ ਖਾਤਰ, ਸਿੱਖ ਧਰਮ ਦੀ ਖਾਤਰ, ਸਿੱਖ ਕੌਮ ਦੀ ਖਾਤਰ ਉਹਨਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਕੋਈ ਉਹਨਾਂ ਨੇ ਜੋ ਆਪਣਾ ਨਾਅਰਾ ਬੁਲੰਦ ਕੀਤਾ ਸੀ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਛੋਟੀ ਅਵਸਥਾ ਤੋਂ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਅਸੀਂ ਉਹਨਾਂ ਦੇ ਕੌਤਕ ਪੜ੍ਹੇ ਆ, ਜੋ ਅਸੀਂ ਦੇਖਦੇ ਹਾਂ ਇਤਿਹਾਸ ਨੂੰ, ਉਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਾਹਮਣੇ ਸਾਰਾ ਦ੍ਰਿਸ਼ ਆਉਂਦਾ ਕਿ ਕਿਸ ਤਰ੍ਹਾਂ ਛੋਟੀ ਉਮਰ ਤੋਂ ਹੀ ਉਹਨਾਂ ਨੇ ਸੰਘਰਸ਼ ਅੱਗੇ ਜਾ ਕੇ ਲੜਨਾ ਸੀ, ਉਸ ਦੀ ਤਿਆਰੀ ਆਰੰਭ ਕੀਤੀ ਹੋਈ ਸੀ। ਜੋ ਪਟਨੇ ਆਪਣੇ ਉਹਨਾਂ ਦੇ ਬਾਲ ਲੀਲਾ ਦੇ ਅਸੀਂ ਕਿੱਸੇ ਸੁਣੇ ਅਤੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਉਹਨਾਂ ਨੇ ਦਿੱਲੀ ਵਿਖੇ ਤੋਰਿਆ ਅਤੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜੋ ਹੋਲਾ ਮਹੱਲਾ ਦੇ ਤਿਉਹਾਰ ਉੱਤੇ ਸਿੱਖਾਂ ਨੂੰ ਉਹਨਾਂ ਦੇ ਅੰਦਰ ਜੋ ਇੱਕ ਸਪਿਰਿਟ ਭਰਨ ਦੇ ਵਾਸਤੇ, ਜਜ਼ਬਾ ਭਰਨ ਦੇ ਵਾਸਤੇ ਉਹਨਾਂ ਨੂੰ ਕੌਮੀ ਖੇਡਾਂ ਵੱਲ, ਗੱਤਕੇ ਦੀਆਂ ਖੇਡਾਂ ਅਤੇ ਹੋਰ ਇਸ ਤਰ੍ਹਾਂ ਦੇ ਸ਼ਸਤਰਾਂ ਦਾ ਅਭਿਆਸ ਕਰਾਉਣ ਵਾਸਤੇ ਸਿੱਖਾਂ ਨੂੰ ਉਹਨਾਂ ਨੇ ਤਿਆਰ ਕੀਤਾ, ਉਹਨਾਂ ਨੂੰ ਸਿੱਖਿਆ ਦਿੱਤੀ। ਇਹ ਸਾਰਾ ਕੁਝ ਦਰਸਾਉਂਦਾ ਸੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਬੜੇ ਵੱਡੇ ਸੰਘਰਸ਼ ਦੀ, ਇੱਕ ਬੜੇ ਵੱਡੇ ਸੰਗਰਾਮ ਦੀ ਜਿਹੜੀ ਹੈ ਉਹ ਤਿਆਰੀ ਜਿਹੜੀ ਹੈ ਉਹ ਕਰ ਰਹੇ ਆ ਅਤੇ ਉਹ ਦੁਨੀਆ ਨੇ ਫਿਰ ਉਸ ਚੀਜ਼ ਨੂੰ ਦੇਖਿਆ ਕਿ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਰਹਿਬਰ ਤਾਂ ਬਹੁਤ ਹੋਏ ਆ, ਲੇਕਿਨ ਗੁਰੂ ਗੋਬਿੰਦ ਸਿੰਘ ਵਰਗਾ ਮਹਾਨ ਨਾਇਕ, ਗੁਰੂ ਗੋਬਿੰਦ ਸਿੰਘ ਵਰਗਾ ਮਹਾਨ ਜਰਨੈਲ, ਉਹਨਾਂ ਵਰਗਾ ਮਹਾਨ ਸਾਹਿਤਕਾਰ, ਉਹਨਾਂ ਵਰਗਾ ਮਹਾਨ ਮਾਨਵਤਾ ਦਾ ਅਲੰਬਰਦਾਰ, ਉਹਨਾਂ ਵਰਗਾ ਮਹਾਨ ਜੋ ਦਿਆਲੂ, ਕਿਰਪਾਲੂ ਅਤੇ ਗਰੀਬ ਨਵਾਜ਼ ਗੁਰੂ ਦੁਨੀਆ ਦੇ ਵਿੱਚ ਕੋਈ ਵੇਖਣ ਨੂੰ ਲੋਕਾਂ ਨੂੰ ਨਹੀਂ ਮਿਲਦਾ, ਕਿਉਂਕਿ ਉਹਨਾਂ ਦੇ ਹਰ ਜੀਵਨ ਦੇ ਹਰ ਪੱਖ ਤੋਂ ਸਾਨੂੰ ਜਿਹੜੀ ਚੀਜ਼ ਦੇਖਣ ਨੂੰ ਮਿਲਦੀ ਹੈ
ਕਿ ਹਰ ਜਿਹੜੀ ਵੀ ਕੋਈ ਇੱਕ ਮਨੁੱਖ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਜੋ ਧਾਰਮਿਕ ਦੇ ਆਗੂ ਦੇ ਵਿੱਚ ਸੋਚਦੇ ਹਾਂ, ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਸਾਨੂੰ ਉਹ ਵਡਿਆਈਆਂ, ਉਹ ਗੁਣ ਦੇਖਣ ਨੂੰ ਮਿਲਦੇ ਆ। ਸੋ ਮੈਂ ਸਮਝਦਾ ਕਿ ਅੱਜ ਸਮੁੱਚਾ ਸੰਸਾਰ ਜਿੱਥੇ ਅੱਜ ਮਾਨਵਤਾ ਦੀਆਂ ਗੱਲਾਂ ਚੱਲਦੀਆਂ, ਜਿੱਥੇ ਅੱਜ ਆਜ਼ਾਦੀ ਦੀਆਂ ਗੱਲਾਂ ਚੱਲਦੀਆਂ, ਜਿੱਥੇ ਬਰਾਬਰਤਾ ਦੀਆਂ ਗੱਲਾਂ ਚੱਲਦੀਆਂ, ਜਿੱਥੇ ਅੱਜ ਕਿਤੇ ਇਨਸਾਫ ਪ੍ਰਾਪਤ ਕਰਨ ਦੀਆਂ, ਹੱਕਾਂ ਦੀਆਂ ਹੱਕ ਪ੍ਰਾਪਤ ਕਰਨ ਦੀਆਂ ਗੱਲਾਂ ਚੱਲਦੀਆਂ, ਉੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦਾ ਜੀਵਨ ਸਾਡੀ ਅਗਵਾਈ ਕਰਦਾ ਅਤੇ ਸਮੁੱਚੀ ਦੁਨੀਆ ਦੇ ਅੰਦਰ, ਸਮੁੱਚੇ ਵਿਸ਼ਵ ਦੇ ਅੰਦਰ ਇਸੇ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਦੇ ਮੌਕੇ ਉੱਤੇ ਇਸ ਵਾਰ ਵੀ ਅਤੇ ਪਿਛਲੇ ਸਾਲ ਵੀ ਦੁਨੀਆ ਭਰ ਦੇ ਅੰਦਰ ਬਹੁਤ ਸ਼ਰਧਾ ਭਾਵਨਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸੋ ਮੈਂ ਇਸ ਮੌਕੇ 'ਤੇ ਆਪਣੇ ਵੱਲੋਂ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੁੱਚੀਆਂ ਸੰਗਤਾਂ ਨੂੰ, ਵਿਸ਼ਵ ਭਰ ਵਿੱਚ ਵਸਦੀਆਂ ਸੰਗਤਾਂ ਨੂੰ ਮੈਂ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਸੋ ਸਿੱਖ ਚੈਨਲ ਦੇ ਨਾਲ ਇਸ ਵੇਲੇ ਜੁੜੇ ਨੇ ਮੈਂਬਰ ਪਾਰਲੀਮੈਂਟ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੱਲਬਾਤ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚਾ ਸਿੱਖ ਜਗਤ ਬੜੀ ਸ਼ਰਧਾ ਸਤਿਕਾਰ ਦੇ ਨਾਲ ਮਨਾ ਰਿਹਾ ਆ। ਤੁਸੀਂ ਵੀ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਜੇ, ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਮੁੱਚੇ ਸੰਸਾਰ ਭਰ ਦੇ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ। ਮੈਂ ਖੁਸ਼ੀ ਮਹਿਸੂਸ ਕਰਦਾ, ਵਡਭਾਗਾ ਸਮਝਦਾ। ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ 'ਤੇ ਖਾਲਸੇ ਦੀ ਜਨਮ ਭੂਮੀ 'ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਇਹ ਦਿਹਾੜਾ ਜਿਹੜਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 350ਵੇਂ ਸਾਲ ਦੇ ਜਿਹੜੇ ਸਮਾਗਮ SGPC ਵੱਲੋਂ ਪਿਛਲੇ ਸਾਲ ਤੋਂ ਆਰੰਭੇ ਸੀ, ਉਹਨਾਂ ਦੀ ਸੰਪੂਰਨਤਾ ਦੇ ਦਿਵਸ ਦੇ ਤੌਰ 'ਤੇ ਵੀ ਅੱਜ ਇੱਥੇ ਮਨਾਇਆ ਗਿਆ। ਔਰ ਸਮੁੱਚੀ ਸਾਧ ਸੰਗਤ ਨੂੰ ਮੈਂ ਆਪਣੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਭਾਈ ਸਾਹਿਬ ਜੀ, ਇੱਕ ਚੀਜ਼ ਅੱਜ ਦੇ ਉੱਥੇ ਜ਼ਿਕਰ ਹੋ ਰਿਹਾ ਸੀਗਾ ਪੰਡਾਲ ਦੇ ਵਿੱਚ ਵੀ, ਨੌਜਵਾਨ ਜਿਹੜੇ ਆ ਉਹ ਪਤਿਤ ਪੁਣੇ ਵੱਲ ਜਾ ਰਹੇ ਆ। ਇਸ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਦੇ ਨਾਲ ਉਹ ਮੋੜਾ ਪਾਇਆ ਜਾਵੇ ਕਿ ਨੌਜਵਾਨਾਂ ਨੂੰ ਦੁਬਾਰਾ ਫਿਰ ਸਿੱਖੀ ਦੇ ਨਾਲ ਜੋੜਿਆ ਜਾਵੇ? ਦੇਖੋ, ਸਹੀ ਮਾਇਨਿਆਂ ਵਿੱਚ ਨੌਜਵਾਨ ਜਿਹੜਾ ਹੈ ਆਪਣੇ ਪੇਰੈਂਟਸ ਨੂੰ ਦੇਖਦਾ, ਆਪਣੇ ਉਮਰ ਤੋਂ ਵੱਡੇ ਲੋਕਾਂ ਨੂੰ ਦੇਖਦਾ ਵੀ ਉਹ ਕੀ ਕਰਦੇ ਨੇ। ਜਿਸ ਤਰ੍ਹਾਂ ਦਾ ਵੱਡਿਆਂ ਦੇ ਵਾਤਾਵਰਨ ਹੁੰਦਾ, ਉਸੇ ਤਰ੍ਹਾਂ ਦਾ ਬੱਚਿਆਂ 'ਤੇ ਹੁੰਦਾ। ਸਾਡੇ ਸਮਾਜ ਦਾ, ਸਾਡੀ ਸੁਸਾਇਟੀ ਦਾ, ਸਾਡੇ ਸੱਭਿਆਚਾਰ ਦਾ, ਖਾਸ ਤੌਰ 'ਤੇ ਸੋਸ਼ਲ ਮੀਡੀਆ ਦਾ ਸਾਡੇ ਜਿਹੜੀ ਬੱਚੇ ਆ, ਯੰਗ ਜਨਰੇਸ਼ਨ ਆ, ਉਹ 'ਤੇ ਬਹੁਤ ਵੱਡਾ ਅਸਰ ਆ। ਮਾਂ-ਬਾਪ ਉਹਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੋ ਰਿਹਾ, ਕਿਉਂਕਿ ਉਹਦੇ ਵਿੱਚੋਂ ਜ਼ਿਆਦਾਤਰ ਮਾਂ-ਬਾਪ ਵੀ ਉਸ ਸੋਚ 'ਤੇ ਆਪ ਪਹਿਰਾ ਨਹੀਂ ਦਿੰਦਾ। ਅਤੇ ਜੇ ਮੈਂ ਆਪ ਉਸ ਸੋਚ 'ਤੇ ਨਾ ਚੱਲਾਂ, ਦੂਜੇ ਨੂੰ ਕਹਾਂ ਚੱਲੋ, ਉਹ ਅਸਰ ਨਹੀਂ ਪਏਗਾ। ਇਸੇ ਕਰਕੇ ਸਾਡੇ ਪ੍ਰਚਾਰਕਾਂ ਦਾ, ਲੀਡਰਾਂ ਦਾ ਅਸਰ ਨਹੀਂ ਪੈ ਰਿਹਾ, ਕਿਉਂਕਿ ਹਰ ਇੱਕ ਨੂੰ ਪਹਿਲਾਂ ਆਪਣੇ ਪਰਿਵਾਰ, ਆਪਣਾ ਆਪ ਸੁਧਾਰਨਾ ਪਏਗਾ। ਦੂਜੀ ਗੱਲ ਇਹ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਆਪਣੇ ਪ੍ਰਚਾਰ ਕਰਨ ਦੇ ਵਿੱਚ ਵੀ ਪਛੜੇ ਹਾਂ। ਜੇ ਅਸੀਂ ਜ਼ਿਆਦਾ ਧਿਆਨ ਸਾਡਾ ਜਿਹੜਾ ਖਾਸ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਵੀ ਐਜੂਕੇਸ਼ਨ ਅਦਾਰਿਆਂ ਵੱਲ ਜ਼ਿਆਦਾ ਰਿਹਾ, ਧਰਮ ਪ੍ਰਚਾਰ ਵੱਲ ਘੱਟ ਰਿਹਾ। ਇਹ ਚੈਲੰਜ ਲੈ ਕੇ ਮੈਂ ਸਮਝਦਾ ਜਿਹੜੀ ਮੌਜੂਦਾ ਸ਼੍ਰੋਮਣੀ ਕਮੇਟੀ ਆ, ਉਹਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਜਿਹੜੀ ਲਹਿਰ ਆ, ਉਹਨੂੰ ਹੋਰ ਜ਼ੋਰ ਨਾਲ ਪ੍ਰਚੰਡ ਕਰਨਾ ਹੋਏਗਾ, ਉਹਨੂੰ ਹੋਰ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਲੋੜ ਆ। ਸੋ ਅੱਜ ਦੇ ਇਸ ਮਹਾਨ ਪਵਿੱਤਰ ਦਿਨ 'ਤੇ ਅਸੀਂ ਇਹ ਵੀ ਪ੍ਰੇਰਨਾ ਲੈ ਕੇ ਜਾਂਦੇ ਹਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਸ ਤਰ੍ਹਾਂ ਦਾ ਖਾਲਸਾ ਬਣਾਇਆ ਸੀ, ਕੇਵਲ ਉਹਦੀ ਸ਼ਕਲ ਸੂਰਤ 'ਤੇ ਨਹੀਂ ਬਣਾਈ, ਉਹਨੂੰ ਕਿਸ ਤਰ੍ਹਾਂ ਤੁਰਨਾ, ਕਿਸ ਤਰ੍ਹਾਂ ਰਹਿਣਾ, ਕਿਸ ਤਰ੍ਹਾਂ ਖਾਣਾ, ਕਿਸ ਤਰ੍ਹਾਂ ਵਿਵਹਾਰ ਕਰਨਾ, ਕਿਸ ਤਰ੍ਹਾਂ ਆਚਰਨ ਹੋਣਾ ਉਹਦਾ, ਪਰ ਹਰ ਕਿਸਮ ਦੀ ਸਿੱਖਿਆ ਪ੍ਰੇਰਨਾ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਦੇ ਕੇ ਤੋਰਿਆ। ਅਤੇ ਜਿਹੜੀ ਉਹ ਸਿੱਖਿਆ ਹੈ, ਉਹ 'ਤੇ ਪਹਿਰੇਦਾਰੀ ਕਰਨ ਲਈ ਵੀ ਸਾਨੂੰ ਅੱਜ ਦੇ ਦਿਨ ਦੇ ਇਸ ਮਹਾਨ ਦਿਹਾੜੇ 'ਤੇ ਪ੍ਰੇਰਨਾ ਮਿਲਦੀ ਹੈ। ਸੋ ਇਹ ਸਨ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ, ਜਿਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਸੋ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਇਸ ਵੇਲੇ ਜੁੜੇ ਨੇ ਪ੍ਰਿੰਸੀਪਲ ਸੁਰਿੰਦਰ ਸਿੰਘ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਅਤੇ ਨਾਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਵੀ ਨੇ। ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਨੰਦਪੁਰ ਸਾਹਿਬ ਤੋਂ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਅੱਜ ਦਸਮ ਪਾਤਸ਼ਾਹ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ। ਕੇਸਗੜ੍ਹ ਸਾਹਿਬ ਵਿਖੇ ਵੀ ਉਹ ਦਿਹਾੜਾ ਜਿਹੜਾ ਮਨਾਇਆ ਗਿਆ ਇਹ ਉਹ ਧਰਤੀ ਜਿੱਥੇ ਸਾਹਿਬ ਕਮਾਲ ਨੇ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਇਸ ਜਗ੍ਹਾ ਦੇ ਉੱਤੇ ਬਤੀਤ ਕੀਤਾ ਆ। ਇਸ ਮੌਕੇ ਦੇ ਉੱਤੇ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਦੇ ਨਾਲ ਕਿਸ ਤਰ੍ਹਾਂ ਤੁਸੀਂ ਅੱਜ ਸਾਂਝ ਪਾਉਣੀ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਸੰਸਾਰ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਮੈਂ ਸਰਵੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ, ਕਿਉਂਕਿ ਉਹ ਪਾਵਨ ਧਰਤੀ ਹੈ ਜਿੱਥੇ ਇਤਿਹਾਸ ਦੇ ਬਹੁਤ ਸਾਰੇ ਵਰਕੇ ਲਿਖੇ ਗਏ, ਜਿਨ੍ਹਾਂ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਡੁੱਬਦੀ ਹੋਈ ਬੇੜੀ ਨੂੰ ਬੰਨੇ ਲਾਉਣ ਲਈ ਆਪਣਾ ਆਪ ਕੁਰਬਾਨ ਕੀਤਾ। ਇੰਦੂ ਭੂਸ਼ਣ ਬੈਨਰ ਜੀ ਨੇ ਆਪ ਸਹੇੜੀ ਸ਼ਹਾਦਤ ਲਿਖਿਆ, ਕਿਉਂਕਿ ਪੰਡਿਤ ਕਿਰਪਾ ਰਾਮ ਜੀ ਨੇ ਆ ਕੇ ਬੇਨਤੀ ਕੀਤੀ ਸੀ, ਉਹਨਾਂ ਦੇ ਨਾਲ ਪੰਡਿਤ ਪੂਰਨ ਚੰਦ ਇੰਦਰਾ ਗਾਂਧੀ ਦੇ ਖਾਨਦਾਨ ਵਿੱਚੋਂ ਸੀ, ਕਿ ਸਾਡੇ ਧਰਮ ਦੀ ਰੱਖਿਆ ਕਰੋ। ਅਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਸੀ ਕਿ ਪੰਡਿਤ ਜੀ, ਭਾਵੇਂ ਮੈਂ ਤੁਹਾਡੇ ਮਤ ਨਾਲ ਸਹਿਮਤ ਨਹੀਂ, ਨਾ ਮੈਂ ਜੰਝੂ ਪਾਉਂਦਾ ਹਾਂ, ਨਾ ਮੈਂ ਟਿੱਕਾ ਲਾਉਂਦਾ ਹਾਂ, ਨਾ ਮੈਂ ਹਿੰਦੂ ਧਰਮ ਦਿਵਾਲਿਆਂ ਸ਼ਿਵਾਲਿਆਂ ਨੂੰ ਮੰਨਣ ਵਾਲਾ ਹਾਂ, ਪਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਹੋ, ਮੈਂ ਆਪਣੀ ਹੀ ਨਹੀਂ ਆਪਣੇ ਸਰਵੰਸ ਦੀ ਜਾਨ ਵਾਰ ਕੇ ਵੀ ਤੁਹਾਨੂੰ ਤੁਹਾਡੇ ਮਤ ਦੇ ਮੁਤਾਬਕ ਜ਼ਿੰਦਗੀ ਜੀਣ ਦਾ ਹੱਕ ਦੇਵਾਂਗਾ। ਔਰ ਸਤਿਗੁਰੂ ਜੀ ਨੇ ਜੋ ਕਿਹਾ ਉਹ ਕਰਕੇ ਦੱਸ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰੜ ਨਾ ਦੀਆ। ਇਹ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਇਲਾਕਾ ਜਿਹੜਾ ਹੈ, ਇਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਦੌਲਤ ਬਚਿਆ ਹੈ। ਨਹੀਂ ਤਾਂ ਵਾਹਗਾ ਬਾਰਡਰ ਤੋਂ ਲੈ ਕੇ ਯੂਰਪ ਦੀਆਂ ਕੰਧਾਂ ਤੱਕ ਯਾ ਅਲੀ ਦੇ ਨਾਅਰੇ ਲੱਗਦੇ ਨੇ, ਹੈਦਰ ਅਲੀ ਦਾ ਝੰਡਾ ਝੂਲਦਾ ਹੈ। ਸ਼ਾਇਦ ਇਹੋ ਕਾਰਨ ਸੀ ਪੰਡਿਤ ਮਦਨ ਮੋਹਨ ਮਾਲਵੀਆ ਕਹਿੰਦੇ ਹੁੰਦੇ ਸਨ, ਇਹ ਹਿੰਦੁਸਤਾਨ ਦੇ ਵਾਸੀਓ, ਜਿਹੜਾ ਇਹ ਖਿੱਤਾ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ, ਇਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸਾਨੂੰ ਦੇਣ ਹੈ। ਜੇ ਸਤਿਗੁਰੂ ਜੀ ਸ਼ਹਾਦਤ ਦਾ ਜਾਮ ਨਾ ਪੀਂਦੇ, ਆਪਣੇ ਸਰਵੰਸ ਦੀ ਕੁਰਬਾਨੀ ਨਾ ਦਿੰਦੇ, ਤਾਂ ਅੱਜ ਹਿੰਦੁਸਤਾਨ ਨਾਂ ਦੀ ਚੀਜ਼ ਕਿਤੇ ਨਹੀਂ ਹੋਣੀ ਸੀ। ਅੱਜ ਨਰਿੰਦਰ ਮੋਦੀ ਦੀ ਥਾਂ 'ਤੇ ਸ਼ਾਇਦ ਨਰਿੰਦਰ ਮੁਹੰਮਦ ਹੀ ਦਿੱਲੀ ਦੇ ਤਖ਼ਤ 'ਤੇ ਬੈਠਾ ਹੁੰਦਾ। ਇਸ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਧੰਨ ਗੁਰੂ ਤੇਗ ਬਹਾਦਰ ਜੀ ਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਇਹ ਸ਼ੁਕਰਗੁਜ਼ਾਰ ਹੋਣ ਦੇ ਲਈ ਹਰ ਹਿੰਦੂ ਮੰਦਰ ਵਿੱਚ ਜਾ ਕੇ ਟੱਲ ਖੜਕਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਦੀ ਜੈ ਬੋਲਿਆ ਕਰੋ। ਔਰ ਦੂਜੇ ਨੰਬਰ 'ਤੇ ਹਰ ਹਿੰਦੂ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚਾ ਸਿੱਖ ਬਣਾਵੇ। ਮੈਂ ਸਮਝਦਾ ਹਾਂ ਸਰਵੰਸਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ 'ਤੇ, ਜਿੱਥੇ ਹਰ ਹਿੰਦੁਸਤਾਨੀ ਨੂੰ ਭਾਵੇਂ ਸੰਸਾਰ ਦੇ ਕੋਨੇ-ਕੋਨੇ ਵਿੱਚ ਕਿਤੇ ਵੀ ਵੱਸਦਾ ਹੈ, ਉਹਨੂੰ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੁਕਰਗੁਜ਼ਾਰ ਹੋਣ ਲਈ ਪੰਡਿਤ ਮਦਨ ਮੋਹਨ ਜੀ ਮਾਲਵੀਆ ਦੀ ਇਹ ਗੱਲ ਜਿਹੜੀ ਹੈ ਉਹ ਮੰਨ ਲੈਣੀ ਚਾਹੀਦੀ ਹੈ। ਔਰ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸ਼ੁਕਰਗੁਜ਼ਾਰ ਤਾਂ ਹੀ ਹੋ ਸਕਦੇ ਹਾਂ ਜੇ ਉਹਨਾਂ ਦੇ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। ਪ੍ਰਿੰਸੀਪਲ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਬੰਸਤਾਨੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਉਹਨਾਂ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਇਸ ਕੌਮ ਵਾਸਤੇ ਕੁਰਬਾਨ ਕਰ ਦਿੱਤਾ। ਪਰ ਅੱਜ ਜਿਸ ਤਰ੍ਹਾਂ ਤੁਸੀਂ ਵੀ ਪ੍ਰਿੰਸੀਪਲ ਜੇ, ਤੁਸੀਂ ਵੀ ਨੌਜਵਾਨ ਜਿਹੜੇ ਉਹਨਾਂ ਦੇ ਵਿੱਚ ਵਿਚਰਦੇ ਜੇ, ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਜਿਹੜਾ ਹੈ ਉਹ ਮਿਲਦਾ ਆ, ਕਿੱਥੇ ਘਾਟ ਮਹਿਸੂਸ ਹੁੰਦੀ ਆ ਕਿ ਅੱਜ ਦਾ ਨੌਜਵਾਨ ਜਿਹੜਾ ਪਤਿਤ ਪੁਣੇ ਵੱਲ ਜਾ ਰਿਹਾ ਆ, ਨਸ਼ਿਆਂ ਵੱਲ ਜਾ ਰਿਹਾ ਆ, ਕੇਸ ਕਤਲ ਕੀਤੇ ਜਾ ਰਹੇ ਆ, ਅੰਮ੍ਰਿਤ ਦਾ ਬਾਟਾ ਜਿਹੜਾ ਆ ਉਹ ਗੁਰੂ ਸਾਹਿਬ ਨੇ ਇਸੇ ਹੀ ਧਰਤੀ ਦੇ ਉੱਤੇ ਤਿਆਰ ਕੀਤਾ, ਅਤੇ ਅੱਜ ਨੌਜਵਾਨ ਜਿਹੜੇ ਆ ਉਹ ਵੱਖ-ਵੱਖ ਤਰ੍ਹਾਂ ਦੇ ਹੇਅਰ ਸਟਾਈਲ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਆਉਂਦੇ ਆ ਅਤੇ ਇੱਥੇ ਆ ਕੇ ਰੁਮਾਲ ਬੰਨ੍ਹ ਕੇ, ਉਹ ਸ਼ਰਧਾ ਵੀ ਨਹੀਂ ਕਿਤੇ ਨਾ ਕਿਤੇ ਰਹੀ। ਤੁਸੀਂ ਕਿੱਥੇ ਘਾਟ ਜਿਹੜੀ ਉਹ ਮਹਿਸੂਸ ਕਰਦੇ ਜੇ? ਕੌਮ ਦੀ ਇਸ ਤਰਾਸਦੀ ਦਾ ਭਾਵੇਂ ਬਹੁਤ ਵੱਡੇ ਕਾਰਨ ਹਨ ਕਈ, ਪਰ ਉਹਨਾਂ ਵਿੱਚੋਂ ਮੁੱਖ ਕਾਰਨ ਮੈਂ ਸਮਝਦਾ ਹਾਂ ਕਿ ਸਾਡੀ ਕਹਿਣੀ ਅਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਆ ਗਿਆ। ਦੁਨੀਆ ਦੇ ਜਿੰਨੇ ਵੀ ਧਰਮ ਨੇ, ਕਿਸੇ ਧਰਮ ਵਾਲੇ ਨੇ ਵੀ ਆਪਣੇ ਧਾਰਮਿਕ ਆਗੂ ਵੋਟਾਂ ਨਾਲ ਨਹੀਂ ਚੁਣੇ। ਇੱਥੋਂ ਤੱਕ ਕਿ 549 ਸਾਲ ਦੇ ਇਤਿਹਾਸ ਵਿੱਚ ਜਾਂ 550 ਸਾਲ ਦੇ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 1925 ਤੱਕ, ਜਦੋਂ ਤੱਕ ਗੁਰਦੁਆਰਾ ਐਕਟ ਨਹੀਂ ਬਣਿਆ ਸੀ, ਕਦੇ ਗੁਰੂ ਸਾਹਿਬਾਨ ਨੇ ਵੋਟਾਂ ਨਾਲ ਧਾਰਮਿਕ ਲੀਡਰਸ਼ਿਪ ਨਹੀਂ ਚੁਣੀ, ਨਾ ਸਿਆਸੀ ਲੀਡਰਸ਼ਿਪ। ਇੱਥੇ ਤਾਂ ਇੱਕ ਸ਼ਰਤ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਜਾਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂਡ ਨਾ ਕੀਜੈ। 1925 ਵਿੱਚ ਕੌਮ ਨੇ ਜਿੱਥੇ ਗੁਰਦੁਆਰਾ ਆਜ਼ਾਦੀ ਲਹਿਰ ਚਲਾਈ, ਸਫਲ ਵੀ ਹੋਏ। ਉੱਥੇ ਸਭ ਤੋਂ ਵੱਡੀ ਜਿਹੜੀ ਬਦਕਿਸਮਤੀ ਵਾਲੀ ਗੱਲ ਸੀ ਕਿ ਕੌਮੀ ਆਗੂਆਂ ਨੇ, ਜਿਹੜਾ ਅੰਗਰੇਜ਼ 75 ਸਾਲ ਸੋਚਦਾ ਰਿਹਾ ਕਿ ਕਿਵੇਂ ਨਾ ਕਿਵੇਂ ਸਿੱਖ ਕੌਮ ਦੇ ਵਿੱਚ ਫੁੱਟ ਪਾਈ ਜਾਵੇ, ਉਹਨਾਂ ਨੇ ਗੁਰਦੁਆਰਾ ਐਕਟ ਦੇ ਵਿੱਚ
ਧਾਰਮਿਕ ਆਗੂ ਚੁਣੇ ਜਾਣ ਲਈ ਜੋ ਇਲੈਕਸ਼ਨ ਸਿਸਟਮ ਵਾੜ ਦਿੱਤਾ ਨਾ, ਮੈਂ ਸਮਝਦਾ ਸਭ ਤੋਂ ਵੱਡੀ ਤਰਾਸਦੀ ਇਹੀ ਹੈ। ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਸਿਲੈਕਸ਼ਨ ਕੀਤੀ ਜਾਂਦੀ ਸੀ, ਤਖਤ ਵਹਿ ਤਖਤੇ ਕੀ ਲਾਇਕ, 94 ਬੰਦੇ ਜਿਹੜੇ ਯੋਗਤਾ ਦੇ ਆਧਾਰ ਤੇ, ਯੋਗਤਾ ਦੀ ਕਸਵੱਟੀ ਤੇ ਪੂਰੇ ਉਤਰਦੇ ਸੀ, ਉਹਨਾਂ ਨੂੰ ਹੀ ਬਿਨਾਂ ਕਿਸੇ ਜਾਤ ਪਾਤ, ਊਚ ਨੀਚ, ਕੁੱਲ, ਕਿਸੇ ਕਿਸਮ ਦੇ ਵੀ ਲਿਹਾਜ਼ ਤੋਂ ਬਿਨਾਂ, ਭਾਈ ਭਤੀਜਾਵਾਦ ਤੋਂ ਉੱਚੇ ਉੱਠ ਕੇ ਕੌਮ ਦਾ ਆਗੂ ਚੁਣ ਲਿਆ ਜਾਂਦਾ ਸੀ। ਇਹੀ ਕਾਰਨ ਹੈ 10 ਗੁਰੂ ਸਾਹਿਬਾਨ ਦੇ ਵਿੱਚ ਚੋਣ ਹੋਈ ਤੇ ਪੁੱਤਰਾਂ ਨੂੰ ਤਿਆਗ ਕੇ ਸੇਵਕ ਨੂੰ, ਸੇਵਕ ਨੇ ਅੱਗੇ ਆਪਣੇ ਪੁੱਤਰ ਤਿਆਗੇ ਆਪਣੇ ਕੁੜਮ ਨੂੰ, ਤੇ ਕੁੜਮ ਨੇ ਅੱਗੇ ਪੁੱਤਰਾਂ ਨੂੰ ਤਿਆਗਿਆ ਜਵਾਈ ਨੂੰ, ਜਵਾਈ ਨੇ ਸਭ ਤੋਂ ਵੱਡੇ ਨੂੰ ਛੱਡਿਆ, ਵੱਡਿਆਂ ਨੂੰ ਛੱਡਿਆ ਛੋਟੇ ਨੂੰ, ਯੋਗਤਾ ਦੀ ਕਸਵੱਟੀ ਸੀ। ਤੇ ਉਸ ਤੋਂ ਅੱਗੇ 6ਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਨੂੰ ਪਹਿਲਾਂ ਗੱਦੀ ਦਿੱਤੀ, ਪਹਿਲਾਂ ਭਤੀਜੇ ਨੂੰ ਗੱਦੀ ਦਿੱਤੀ, ਹਾਂ ਫਿਰ ਪੋਤਰੇ ਨੂੰ ਗੱਦੀ ਦੇ ਕੇ ਫਿਰ ਦਾਦੇ ਨੂੰ ਬਾਅਦ ਵਿੱਚ ਗੱਦੀ ਮਿਲਦੀ ਹੈ। ਸੋ ਇੱਥੋਂ ਇਹ ਪਤਾ ਲੱਗਦਾ ਹੈ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਸੇਧ ਦਿੱਤੀ ਸੀ ਉਹ ਸਿਲੈਕਸ਼ਨ ਸਿਸਟਮ ਦੀ ਸੀ, ਪਰ ਅਸੀਂ ਇਲੈਕਸ਼ਨ ਸਿਸਟਮ ਅਪਣਾ ਲਿਆ। ਇਲੈਕਸ਼ਨ ਦੇ ਵਿੱਚ ਡੰਡਾ ਸੋਟਾ ਜਾਂ 2 ਨੰਬਰ ਦੇ ਕੰਮ ਕਰਨ ਵਾਲੇ, ਧੱਕੇਸ਼ਾਹੀ ਵਾਲੇ ਹੀ ਜਿੱਤਦੇ ਹੁੰਦੇ ਨੇ। ਸੋ ਜਿਵੇਂ ਸਾਡੀ ਲੀਡਰਸ਼ਿਪ ਹੈ, ਰੋਲ ਮਾਡਲ ਸੀ, ਪੁਰਾਤਨ ਸਮੇਂ ਦੇ ਵਿੱਚ ਸਾਡੇ ਰੋਲ ਮਾਡਲ ਹੁੰਦੇ ਸੀ। ਸਾਡੇ ਬਜ਼ੁਰਗ ਜਿਹੜੇ ਬੰਦ-ਬੰਦ ਕਟਾਉਂਦੇ ਸੀ, ਖੋਪਰੀਆਂ ਲਵਾਉਂਦੇ ਸੀ, ਦੇਗਾਂ ਵਿੱਚ ਉੱਬਲ ਜਾਂਦੇ ਸੀ। ਹੁਣ ਬਦਕਿਸਮਤੀ ਨੂੰ ਉਹ ਗੱਲਾਂ ਜਿਹੜੀਆਂ ਸਾਡੇ 'ਚੋਂ ਗਾਇਬ ਹੋ ਗਈਆਂ। ਜਿੱਦਾਂ ਦੇ ਧਾਰਮਿਕ ਆਗੂ ਵੋਟਾਂ ਨਾਲ ਚੁਣ ਕੇ ਅੱਗੇ ਆਉਂਦੇ ਨੇ, ਤੇ ਉੱਦਾਂ ਦੇ ਹੀ ਗੁਰਦੁਆਰਿਆਂ ਦੇ ਪ੍ਰਬੰਧਕ, ਗੁਰਦੁਆਰਿਆਂ ਦੇ ਅੱਗੇ ਪ੍ਰਚਾਰਕ, ਗੁਰਦੁਆਰਿਆਂ ਦੇ ਗ੍ਰੰਥੀ ਸਿੰਘ, ਗੁਰਦੁਆਰਿਆਂ ਦੀਆਂ ਮਹਾਨ ਪਦਵੀਆਂ 'ਤੇ ਉਸੇ ਤਰ੍ਹਾਂ ਦੀ ਜੋ ਹੈ ਲੋਕੀ ਉਹ ਹੋ ਜਾਂਦੇ ਨੇ। ਤੇ ਕੁਦਰਤੀ ਗੱਲ ਹੈ ਕਿ ਬੱਚਿਆਂ 'ਤੇ ਉਹ ਅਸਰ ਨਹੀਂ ਪੈ ਰਿਹਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਖ ਕੇ, ਜੇ ਉਹਨੇ ਬੰਦ-ਬੰਦ ਕਟਾਇਆ ਤਾਂ ਅੱਗੇ ਉਹ ਬੱਚਾ ਵੀ ਕਹਿ ਰਿਹਾ ਮੇਰੀ ਮਾਂ ਝੂਠ ਬੋਲਦੀ ਹੈ। ਉਹ ਕਰੈਕਟਰ ਅੱਜ ਸਾਡੇ 'ਚੋਂ ਗਾਇਬ ਹੋ ਚੁੱਕੇ ਹਨ। ਦੂਜੇ ਨੰਬਰ 'ਤੇ ਮੀਡੀਆ ਦਾ ਵੀ ਬਹੁਤ ਵੱਡਾ ਉਹ ਹੈ। ਮੀਡੀਆ ਦੇ ਹਾਣੀ ਅਸੀਂ ਨਹੀਂ ਬਣ ਸਕੇ। ਚਾਹੀਦਾ ਇਹ ਸੀ ਜੋ ਬੱਚੇ ਮੀਡੀਆ 'ਤੇ ਦੇਖ ਰਹੇ ਨੇ, ਉਹਨੇ ਜ਼ੋਰ ਸ਼ੋਰ ਦੇ ਨਾਲ ਅਸੀਂ ਵੀ ਆਪਣੀ ਸਿੱਖੀ ਸਿਧਾਂਤਾਂ ਨੂੰ, ਸਿੱਖੀ ਪ੍ਰਚਾਰ ਨੂੰ, ਸਿੱਖੀ ਕਿਰਦਾਰ ਨੂੰ, ਸਿੱਖੀ ਕਰੈਕਟਰ ਨੂੰ ਅਸੀਂ ਮੀਡੀਆ ਦੇ ਰਾਹੀਂ ਉਹ ਬੱਚਿਆਂ ਤੱਕ ਪਹੁੰਚਾ ਦਿੰਦੇ। ਦੂਜਾ, ਬਸ ਅੱਗੇ ਸਿੱਖੀ ਮਿਲ ਜਾਂਦੀ ਸੀ ਸਾਨੂੰ ਗੁਰਦੁਆਰਿਆਂ 'ਚੋਂ, ਪਹਿਲਾਂ ਘਰ 'ਚੋਂ ਮਿਲਦੀ ਸੀ, ਫਿਰ ਸਕੂਲਾਂ 'ਚੋਂ ਮਿਲਦੀ ਸੀ, ਫਿਰ ਗੁਰਦੁਆਰਿਆਂ 'ਚੋਂ ਮਿਲ ਜਾਂਦੀ ਸੀ। ਅੱਜ ਬਦਕਿਸਮਤੀ ਦੇ ਨਾਲ ਨਾ ਸਿੱਖੀ ਸਾਡੇ ਘਰਾਂ ਵਿੱਚ ਹੈ, ਨਾ ਸਾਡੇ ਸਕੂਲਾਂ ਵਿੱਚ ਹੈ, ਨਾ ਸਾਡੇ ਗੁਰਦੁਆਰਿਆਂ ਵਿੱਚ ਹੈ। ਕਿਉਂਕਿ ਪੇੜ ਮੁੰਡਾਹੂ ਕੱਟਿਆਂ ਤਿਸ ਡਾਲ ਸੁਕੰਦੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਬੂਟੇ ਦੀਆਂ ਜੜ੍ਹਾਂ ਹੀ ਵੱਢ ਦਿੱਤੀਆਂ ਜਾਣ ਨਾ, ਉਹਦੀਆਂ ਡਾਲੀਆਂ ਆਪੇ ਹੀ ਸੁੱਕ ਜਾਂਦੀਆਂ ਨੇ। ਅਤੇ ਉਹ ਯੋਗਤਾ ਨਾ ਹੋਣ ਕਰਕੇ, ਕੌਮ ਦੇ ਆਗੂਆਂ ਦੇ ਵਿੱਚ ਦੂਰਅੰਦੇਸ਼ੀ ਨਾ ਹੋਣ ਕਰਕੇ ਅਸੀਂ ਨਾ ਘਰ ਦਾ ਵਾਤਾਵਰਨ ਉੱਦਾਂ ਦਾ ਸਿਰਜ ਸਕੇ, ਨਾ ਅਸੀਂ ਸਕੂਲਾਂ ਵਿੱਚ ਉਹ ਕੁਝ ਦੇ ਸਕੇ। ਅਸੀਂ ਨਕਲ ਜ਼ਰੂਰ ਕਰ ਲਈ ਈਸਾਈਆਂ ਦੀ, ਪਰ ਇਹ ਚੇਤਾ ਹੀ ਭੁਲਾ ਦਿੱਤਾ ਜੇ ਈਸਾਈਆਂ ਨੇ, ਮੁਸਲਮਾਨਾਂ ਨੇ, ਦੂਜੇ ਧਰਮਾਂ ਵਾਲਿਆਂ ਨੇ ਸਕੂਲ ਖੋਲ੍ਹੇ ਨੇ ਤਾਂ 8-8 ਸਾਲ ਦਾ, 14-14 ਸਾਲ ਦਾ ਉਹ ਲਾ ਕੇ ਨਹੀਂ, 14-14 ਸਾਲ ਦਾ ਲਾ ਕੇ ਸਮਾਂ ਲਾ ਕੇ ਉਹਨਾਂ ਨੇ ਆਪਣੇ ਪ੍ਰਚਾਰਕ ਪਹਿਲਾਂ ਬਣਾਏ। ਹੁਣ ਸਕੂਲ ਦੇ ਵਿੱਚ ਟੀਚਰ ਬਾਅਦ ਵਿੱਚ ਹੈ, ਪਹਿਲਾਂ ਉਹ ਪ੍ਰਚਾਰਕ ਹੈ। ਉਹ ਜੇ ਗੱਡੀ ਵੀ ਚਲਾਉਂਦਾ ਹੈ ਨਾ ਡਰਾਈਵਰ, ਉਹਨੂੰ ਵੀ ਟ੍ਰੇਨਡ ਕੀਤਾ ਗਿਆ ਤਾਂ ਬੱਚੇ ਨੂੰ ਈਸਾਈ ਕਿਵੇਂ ਬਣਾਉਣਾ ਹੈ। ਚਪੜਾਸੀ ਨੂੰ ਟ੍ਰੇਨ ਕੀਤਾ ਗਿਆ, ਸਕੂਲ ਦੇ ਪ੍ਰਿੰਸੀਪਲ ਨੂੰ। ਉਹੀ ਚਰਚ ਵਾਲੇ ਕੰਮ ਜਿਹੜੇ ਸਕੂਲਾਂ ਵਿੱਚ ਹੋ ਰਹੇ ਆ। ਸਾਡੀ ਬਦਕਿਸਮਤੀ ਇੱਥੇ 80-80 ਹਜ਼ਾਰ ਰੁਪਏ ਲੈਣ ਵਾਲੇ ਸਾਡੇ ਕੋਲ ਹੁੰਦੇ ਆ ਮੁਲਾਜ਼ਮ, ਅਤੇ ਉਹਨਾਂ ਦਾ ਵਿਸ਼ਵਾਸ ਨਾ ਗੁਰੂ 'ਤੇ ਆ। ਉਹਨਾਂ ਦੇ ਘਰਾਂ 'ਚ ਜਗਰਾਤੇ ਹੁੰਦੇ ਆ, ਉਹਨਾਂ ਦੇ ਘਰਾਂ 'ਚ ਬਹੁਤ ਸਾਰੀਆਂ ਖਾਮੀਆਂ, ਕਿਉਂਕਿ ਉਹ ਯੋਗਤਾ ਵਾਲੀ ਕਸਵੱਟੀ ਟੁੱਟ ਗਈ। ਸੋ ਹੁਣ ਗੁਰਦੁਆਰਿਆਂ ਵਿੱਚ ਵੀ ਸਿੱਖੀ ਨਹੀਂ, ਪਹਿਲਾਂ ਮਾਪਿਆਂ ਨੂੰ ਰੋਲ ਮਾਡਲ ਬਣਨਾ ਪਏਗਾ, ਫਿਰ ਸਾਡੇ ਸਕੂਲ ਦੇ ਟੀਚਰਾਂ ਨੂੰ, ਫਿਰ ਧਾਰਮਿਕ ਆਗੂਆਂ ਨੂੰ ਰੋਲ ਮਾਡਲ ਬਣਨਾ ਪਏਗਾ, ਤਾਂ ਜਿਹੜੀ ਕੌਮ ਦੀ ਪਨੀਰੀ ਹੈ ਉਹ ਆਪਣੇ ਰੋਲ ਮਾਡਲਾਂ ਨੂੰ ਦੇਖ ਕੇ ਆਪਣੇ ਸਹੀ ਪਾਸੇ ਵੱਲ ਚੱਲ ਸਕੇਗੀ। ਸੋ ਇਹ ਸਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਿਨ੍ਹਾਂ ਨੇ ਵਡਮੁੱਲੀ ਜਾਣਕਾਰੀ ਜਿਹੜੀ ਹੈ ਉਹ ਸਿੱਖ ਸੰਗਤਾਂ ਦੇ ਨਾਲ ਸਾਂਝੀ ਕੀਤੀ। ਸੋ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਾਈਏ, ਤਾਂ ਜੋ ਉਹ ਅੱਗੇ ਚੱਲ ਕੇ ਬਾਣੇ ਦੇ ਧਾਰਨੀ ਬਣ ਸਕਣ। ਅਤੇ ਜਿਸ ਤਰ੍ਹਾਂ ਦਾ ਦੌਰ ਹੁਣ ਚੱਲ ਰਿਹਾ, ਇਸ ਤੋਂ ਜੇਕਰ ਅਸੀਂ ਬਚਣਾ ਹੈ ਤਾਂ ਸਾਨੂੰ ਸੰਜੀਦਗੀ ਦੇ ਨਾਲ ਇਸ ਚੀਜ਼ ਦੇ ਉੱਤੇ ਜ਼ਰੂਰ ਸੋਚਣਾ ਪਵੇਗਾ। ਸੋ ਪ੍ਰਿੰਸੀਪਲ ਸਾਹਿਬ ਦਾ ਤਹਿ ਦਿਲ ਤੋਂ ਸਿੱਖ ਚੈਨਲ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ। ਸੋ ਇੱਥੇ ਹੀ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।